बहोरे। तेग बहादुर परम कृपाला, वाहेगुरु परम कृपाला। श्री गुरु गोबिंद सिंह विशाला, तरों धरा पग पुन पुन शीशा, पग पुन पुन शीशा। बंदों जी बार बार जगदीशा, जा में अमृत ज्ञान है, मानक भगत बैराग। धन श्री गुरु ग्रंथ साहिब उदद, बंदों कर अनुराग। एक ओंकार सतगुरु, जह प्रसाद सच होए। वाहेगुरु जी की फतेह, विघ्न विनाशन सोए। वाहेगुरु जी की फतेह, विघ्न विनाशन सोए। गोपी चंद निरपम परथरी, होवें कन पड़ाए। घर तज बाहर निकस कै, पुन कर मंगन जाए। वाहिगुरु जी का खालसा, वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु, जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रस्मां पवित्र कर दे एक बार, सारे उच्चारण करो जी सतनाम वाहेगुरु जी। ये इतिहास पहले पातशाह
ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ ਪ੍ਰਸੰਗ ਹੈ ਮਿੰਟ ਗੁੰਬਰੀ, ਜੋ ਅੱਜ ਪਾਕਿਸਤਾਨ ਦਾ ਇੱਕ ਜ਼ਿਲ੍ਹਾ ਹੈ, ਉਸ ਦੇ ਅਧੀਨ ਆਉਂਦੇ ਇੱਕ ਪਿੰਡ ਜਿਹਦਾ ਨਾਂ ਸਤਘਰਾ ਹੈ। ਉੱਥੋਂ ਦੇ ਸੇਠ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਇਸ ਲੜੀ ਨਾਲ ਜੁੜਨ ਤੋਂ ਪਹਿਲਾਂ ਜੋ ਅੱਜ ਸਿੱਖ ਇਤਿਹਾਸ ਦਾ ਇੱਕ ਮਹਾਨ ਦਿਨ ਹੈ, ਜਿਸ ਦਿਨ ਗੁਰੂ ਪਿਤਾ ਮਹਾਰਾਜ ਦੇ ਬਖਸ਼ੇ ਨਵਾਜੇ ਹੋਏ ਗੁਰਸਿੱਖ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਰਾਂ ਨੇ ਇੱਕ ਮਹਾਨ ਸ਼ਹਾਦਤ ਦਿੱਤੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਾ ਇਹ ਸਮਾਗਮ 6 ਵਜੇ ਤੋਂ ਸ਼ੁਰੂ ਹੋਇਆ ਹੈ। ਰਾਤ ਦੇ 10:15 ਵਜੇ ਤੱਕ ਇਹ ਸਮਾਗਮ ਚੱਲਣਾ ਹੈ। ਕਥਾ ਤੋਂ ਬਾਅਦ ਇੱਕ ਜਥਾ ਹੋਰ ਹਾਜ਼ਰੀ ਭਰੇਗਾ। ਇਸ ਸਮਾਗਮ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹਾਦਤ ਨੂੰ ਉਹਨਾਂ ਦੇ ਉਸ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ। ਸਿੱਖ ਧਰਮ ਦੁਨੀਆ ਦਾ ਇੱਕ ਵਿਲੱਖਣ ਧਰਮ ਹੈ। ਸ਼ਹਾਦਤ ਦੇਣੀ ਇਹ ਹਿੰਦੁਸਤਾਨ ਦੀ ਤਵਾਰੀਖ ਵਿੱਚ ਹੈ ਨਹੀਂ। ਇਹ ਸ਼ਬਦ ਵੀ ਅਰਬੀ ਤੋਂ ਆਇਆ ਹੈ। ਇਹ ਸ਼ਬਦ ਮੁਗਲ ਲੋਕ ਲੈ ਕੇ ਹਿੰਦੁਸਤਾਨ ਵਿੱਚ ਆਏ ਸਨ। ਕਿਉਂਕਿ ਹਿੰਦੁਸਤਾਨ ਦੇ ਵਿੱਚ ਦੋ ਹੀ ਕੰਮ ਕੀਤੇ ਜਾਂਦੇ ਸਨ। ਇੱਕ ਸੀ ਆਪਣੀ ਕਮਜ਼ੋਰੀ, ਜਿਹਨੂੰ ਖੁਦਕਸ਼ੀ ਕਹਿੰਦੇ ਆ, ਜਾਂ ਜਿਸ ਨੂੰ ਅਸੀਂ ਆਤਮਘਾਤ ਕਹਿੰਦੇ ਆ। ਔਰ ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ ਆਤਮਘਾਤੀ ਜਗਤ ਕਸਾਈ। ਤੁਸੀਂ ਕਸਾਈ ਸੁਣੇ ਨੇ, ਉਹਨੂੰ ਕਸਾਈ ਕਹਿ ਦਿਓ, ਝਟਕਈ ਕਹਿ ਦਿਓ। ਜਿੱਥੋਂ ਲੋਕ ਮਾਸ ਆਮਕ ਖਰੀਦਣ ਵਾਸਤੇ ਜਾਂਦੇ ਨੇ, ਉਹਨਾਂ ਥਾਵਾਂ ਤੇ ਇਹ ਮੰਨਿਆ ਜਾਂਦਾ ਹੈ ਕਿ ਝਟਕਈ ਲੋਕ ਬੈਠੇ ਹੁੰਦੇ ਨੇ, ਕਸਾਈ ਲੋਕ ਬੈਠੇ ਹੁੰਦੇ ਨੇ, ਜਿਹੜੇ ਪੰਛੀਆਂ ਜਾਨਵਰਾਂ ਨੂੰ ਮਾਰਦੇ ਨੇ ਔਰ ਆਮਕ ਮਾਸ ਵੇਚਦੇ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਕਿ ਜਿਹੜਾ ਮਨੁੱਖ ਖੁਦਕਸ਼ੀ ਕਰਦਾ ਹੈ ਉਹ ਵੀ ਕਸਾਈ ਹੈ।
ਖੁਦਕਸ਼ੀ ਨਾਲ ਕੀ ਹੁੰਦਾ ਹੈ, ਕਦੇ ਸੋਚਿਆ ਤੁਸੀਂ? ਅੱਜ ਅਸੀਂ ਰੋਜ਼ ਸੁਣਦੇ ਹਾਂ ਉੱਥੇ ਕਿਸੇ ਵਿਅਕਤੀ ਨੇ ਖੁਦਕਸ਼ੀ ਕਰ ਲਈ। ਖੁਦਕਸ਼ੀ ਕਰਨ ਨਾਲ ਇੱਕ ਬੰਦਾ ਜਿਹੜਾ ਕਿਸੇ ਮੁਸ਼ਕਲ ਨੂੰ ਫੇਸ ਕਰਦਾ ਸੀ, ਜਿਹੜਾ ਕਿਸੇ ਪ੍ਰੋਬਲਮ ਦਾ ਸਾਹਮਣਾ ਕਰਦਾ ਸੀ, ਉਹ ਤੇ ਛੁੱਟ ਜਾਂਦਾ ਹੈ। ਪਰ ਜਿਸ ਕਰਕੇ ਕਰਦਾ ਸੀ, ਉਹ ਆਪਣੇ ਪਰਿਵਾਰ ਕਰਕੇ, ਆਪਣੀ ਫੈਮਿਲੀ ਕਰਕੇ, ਆਪਣੀ ਕੌਮ, ਆਪਣੇ ਕਬੀਲੇ ਕਰਕੇ, ਉਹਨਾਂ ਨੂੰ ਕੀ ਮਿਲਦਾ ਹੈ? ਕੁਝ ਵੀ ਨਹੀਂ। ਪਰਿਵਾਰ ਦੀਆਂ ਸਮੱਸਿਆਵਾਂ ਵੱਧ ਜਾਂਦੀਆਂ ਨੇ, ਘਟਦੀਆਂ ਨਹੀਂ। ਔਰ ਇਹ ਗੱਲ ਯਾਦ ਰੱਖਣਾ, ਅਗਰ ਮੈਂ ਖੁਦਕਸ਼ੀ ਕਰਦਾ, ਮੇਰੇ ਬੱਚਿਆਂ ਨੂੰ ਮੁੜ ਕੇ ਪਿਤਾ ਨਹੀਂ ਮਿਲ ਸਕਦਾ। ਔਰ ਇੱਕ ਪਿਤਾ ਵਾਲੀ ਸਿੱਖਿਆ, ਇੱਕ ਪਿਤਾ ਵਾਲੀ ਪਰਵਰਿਸ਼ ਕੋਈ ਦੁਨੀਆ ਦਾ ਚਾਚਾ ਤਾਇਆ ਨਹੀਂ ਦੇ ਸਕਦਾ। ਮਰਨ ਵਾਲੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਤੂੰ ਆਪਣੇ ਪਰਿਵਾਰ ਨਾਲ ਕਿੱਡੀ ਵੱਡੀ ਟ੍ਰੈਜਡੀ ਕਰਨ ਲੱਗੇ ਹੈ। ਔਰ ਖੁਦਕਸ਼ੀ ਕਰਦਾ ਕੌਣ ਹੈ? ਕੋਈ ਵੀ ਗੁਰੂ का ਸਿੱਖ ਨਹੀਂ ਕਰ ਸਕਦਾ। ਅਮੂਮਨ ਖੁਦਕਸ਼ੀ ਦਾ ਕਾਰਨ ਇੱਕੋ ਹੀ ਹੁੰਦਾ ਹੈ ਕਿ ਉਹ ਕਹਿੰਦਾ ਜੀ ਮੈਂ ਕੁਝ ਕਰ ਨਹੀਂ ਸਕਦਾ ਤੇ ਮੇਰੀ ਸੁਣਦਾ ਵੀ ਕੋਈ ਨਹੀਂ ਹੈ। ਸਿੱਖ ਨੂੰ ਖੁਦਕਸ਼ੀ ਦੀ ਲੋੜ ਨਹੀਂ। ਉਹ ਠੀਕ ਹੈ ਕੁਝ ਕਰ ਨਹੀਂ ਸਕਦਾ, ਪਰ ਉਹਦਾ ਸੁਣਨ ਵਾਲਾ ਗੁਰੂ ਬੈਠਾ ਹੈ। ਸਿੱਖ ਧਰਮ ਦੀ ਸਿੱਖਿਆ ਇਹ ਹੈ, ਜਦੋਂ ਤੁਹਾਨੂੰ ਦੁੱਖ ਤਕਲੀਫ ਆਵੇ ਤੁਸੀਂ ਦੌੜ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਓ। ਚਲੋ ਜੇ ਤੁਸੀਂ ਕਹੋ ਜੀ ਇਹਦੀ ਕੋਈ ਉਦਾਹਰਨ ਜੂਨ ਮਹੀਨਾ, ਅਪ੍ਰੈਲ ਤੇ ਮਈ ਆਪਾਂ ਬੜੀ ਔਖੀ ਕੱਟੀ। ਜਦੋਂ ਜੂਨ ਵਿੱਚ ਇੱਥੇ ਗੁਰਦੁਆਰੇ ਆਏ ਤੇ ਹਰ ਬੰਦੇ ਨੇ ਇੱਕ ਗੱਲ ਕਹੀ, ਕਹਿੰਦੇ ਜੀ ਅੱਜ ਇੱਥੇ ਆਏ ਆ, ਮੱਥਾ ਟੇਕਿਆ, ਥੋੜੀ ਜਿਹੀ ਹਿੰਮਤ ਆਈ ਹੈ। 2 ਮਹੀਨੇ ਹੋ ਗਏ ਅਸੀਂ ਤੇ ਘਰੋਂ ਨਿਕਲੇ ਹੀ ਨਹੀਂ। ਗੁਰੂ ਤੁਹਾਨੂੰ ਸ਼ਕਤੀ ਦਿੰਦਾ ਹੈ, ਬਲ ਦਿੰਦਾ ਹੈ, ਹਿੰਮਤ ਦਿੰਦਾ ਹੈ। ਵੇਖੋ ਇਹ ਗੱਲ ਸਮਝਣ ਦੀ ਲੋੜ ਹੈ, ਜ਼ਿੰਦਗੀ ਕੀ ਹੈ। ਖੁਦਕਸ਼ੀ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਐਸ਼ਵਰਜ ਸਮਝਿਆ। ਇਸੇ ਕਰਕੇ ਮੇਰੀ ਬੇਨਤੀ ਯਾਦ ਰੱਖਣਾ, ਵੱਡੇ ਵੱਡੇ ਬੰਦੇ, ਸੈਲੀਬ੍ਰਿਟੀ ਜਿਹੜੇ ਨੇ, ਵੱਡੇ ਵੱਡੇ ਬੰਦੇ ਉਹ ਖੁਦਕਸ਼ੀਆਂ ਕਰਦੇ ਨੇ। ਜਦੋਂ ਉਹਨਾਂ ਦੀ ਉਹ ਸ਼ਾਨੋ ਸ਼ੌਕਤ ਨਹੀਂ ਰਹਿੰਦੀ, ਜਦੋਂ ਉਹਨਾਂ ਦੇ ਕੋਲੇ ਉਹ ਐਸ਼ਵਰਜ ਨਹੀਂ ਰਹਿੰਦੇ, ਜਦੋਂ ਉਹਨਾਂ ਦੀ ਉਦਾਂ ਦੀ ਪੁੱਛ ਪ੍ਰਤੀਤ ਨਹੀਂ ਰਹਿੰਦੀ, ਉਹ ਖਤਮ ਹੋ ਜਾਂਦੇ। ਮਜ਼ਦੂਰ ਖੁਦਕਸ਼ੀ ਨਹੀਂ ਕਰਦਾ। ਕਦੇ ਸੁਣਿਆ ਤੁਸੀਂ ਮਜ਼ਦੂਰ ਨੇ ਖੁਦਕਸ਼ੀ ਕੀਤੀ ਹੈ? ਨਾ। ਜਾਂ ਖੁਦਕਸ਼ੀ ਕਰਦੇ ਨੇ ਮਿਡਲ ਕਲਾਸ ਲੋਕ, ਜਿਹੜੇ 2 ਚੱਕੀਆਂ ਵਿੱਚ ਪਿਸਦੇ ਨੇ, ਗਰੀਬਾਂ ਵਾਂਗੂ ਰਹਿ ਨਹੀਂ ਸਕਦੇ, ਅਮੀਰ ਹੋ ਨਹੀਂ ਸਕਦੇ, ਜਾਂ ਫਿਰ ਉਹ ਲੋਕ ਖੁਦਕਸ਼ੀ ਕਰਦੇ ਨੇ। ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ 2 ਹੀ ਚੀਜ਼ਾਂ ਨੇ, ਜਾਂ ਖੁਦਕਸ਼ੀ ਹੈ ਤੇ ਜਾਂ ਬਲੀ ਹੈ। ਬੰਦਾ ਫੜੋ ਤੇ ਦੇਵੀ ਦੇਵਤਿਆਂ ਦੇ ਨਾਂ ਤੇ ਝਟਕਾ ਦਿਓ।
ਆ ਜਿਹੜਾ ਨਾਰੀਅਲ ਵੀ ਤੋੜਦੇ ਨੇ, ਕਦੇ ਦੀ ਇਹਦਾ ਇਤਿਹਾਸ ਸੁਣਿਆ ਤੁਸੀਂ ਵੀ ਇਹ ਕਿੱਥੋਂ ਨਾਰੀਅਲ ਤੋੜਨ ਦੀ ਗੱਲ ਸ਼ੁਰੂ ਕਿੱਥੋਂ ਹੋਈ ਹੈ? ਇਹ ਵੀ ਉੱਥੋਂ ਹੀ ਸ਼ੁਰੂ ਹੋਈ ਹੈ ਕਿ ਹੌਲੀ ਹੌਲੀ ਫਿਰ ਉਸ ਜਿਹੜੀ ਸਨਾਤਨ ਮਤ ਦੇ ਵਿੱਚ ਮਰਿਆਦਾ ਸੀ ਉਹਨੂੰ ਥੋੜਾ ਜਿਹਾ ਫਲੈਕਸੀਬਲ ਕਰਦੇ 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 ਨਾਰੀਅਲ ਤੇ ਆ ਗਏ। ਨਹੀਂ ਤੇ ਹਾਥੀਆਂ ਤੱਕ ਬਲੀ ਦਿੱਤੀ ਜਾਂਦੀ ਸੀ, ਘੋੜਿਆਂ ਤੱਕ ਬਲੀਆਂ ਦਿੱਤੀਆਂ ਜਾਂਦੀਆਂ ਸੀ, ਬੰਦਿਆਂ ਤੱਕ ਬਲੀਆਂ ਦਿੱਤੀਆਂ ਜਾਂਦੀਆਂ ਸੀ। ਵੱਡੇ ਵੱਡੇ ਜੱਗ ਹੁੰਦੇ ਸੀ, ਹਵਨ ਹੁੰਦੇ ਸੀ। ਬੱਚਿਆਂ ਦੀ ਖਾਤਰ ਤੇ ਅੱਜ ਵੀ ਬਲੀਆਂ ਦਿੱਤੀਆਂ ਜਾਂਦੀਆਂ ਨੇ। ਦੂਜੇ ਦਾ ਬੱਚਾ ਮਾਰ ਦਿੱਤਾ ਜਾਂਦਾ, ਆਪਣਾ ਹੋਵੇ ਨਾ ਹੋਵੇ, ਦੂਜੇ ਦੇ ਬੱਚੇ ਦੀ ਬਲੀ ਦੇ ਦਿੱਤੀ ਜਾਂਦੀ ਹੈ। ਸ਼ਹਾਦਤ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਸ਼ੁਰੂ ਹੋਈ ਹੈ। ਔਰ ਇਤਿਹਾਸ ਕਹਿੰਦਾ ਕਿ ਗੁਰੂ ਅਰਜਨ ਸਾਹਿਬ ਖੁਦ ਲਾਹੌਰ ਗਏ ਨੇ। ਔਰ ਮੈਂ ਹਮੇਸ਼ਾ ਬੇਨਤੀ ਕਰਦਾ, ਨਾ ਚੰਦੂ ਦੀ ਸ਼ਕਤੀ ਸੀ, ਨਾ ਜਹਾਂਗੀਰ ਦੀ ਤਾਕਤ ਸੀ ਕਿ ਉਸ ਪ੍ਰਤੱਖ ਹਰ ਨੂੰ ਗੁਰੂ ਅਰਜਨ ਦੇ ਪਿਤਾ ਮਹਾਰਾਜ ਨੂੰ ਕੋਈ ਤੱਤੀ ਤਵੀ ਤੇ ਬਿਠਾ ਕੇ ਉਹਨਾਂ ਦੇ ਸੀਸ ਵਿੱਚ ਕੋਈ ਤੱਤਾ ਰੇਤਾ ਪਾ ਸਕਦਾ। 2 ਵਾਰੀ ਇਹ ਕਥਾ ਅਸੀਂ ਸੁਣ ਚੁੱਕੇ ਹਾਂ। ਗੁਰੂ ਅਰਜਨ ਸਾਹਿਬ ਦੇ ਸਮੇਂ ਵੀ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਵੀ ਹੋਇਆ। ਸਿੱਖਾਂ ਨੇ ਕਿਹਾ ਕਿ ਮਹਾਰਾਜ ਕਹੋ ਤੇ ਲਾਹੌਰ ਤੇ ਦਿੱਲੀ ਦੀ ਤਾੜੀ ਵਜਾ ਦਈਏ, ਜਾਂ ਇਹ ਜਿਹੜੀਆਂ 2 ਸਲਤਨਤ ਨੇ ਇਹਨਾਂ ਦੀ ਤਾੜੀ ਮਾਰ ਦਈਏ। ਹੁਣ ਸਾਡੇ 'ਚ ਇੱਕ ਮੁਹਾਵਰਾ ਹੈ ਤਾੜੀ ਮਾਰਨੀ, ਕਿਸੇ ਦਾ ਮੂਜੂ ਬਣਾਉਣਾ, ਕਿਸੇ ਦੀ ਖਿੱਲੀ ਉਡਾਉਣੀ। ਪਰ ਇੱਥੇ ਉਹ ਅਰਥ ਨਹੀਂ ਸਨ। ਇੱਥੇ ਅਰਥ ਸੀ ਵੀ ਇੱਕ ਹੱਥ ਤੇ ਇੱਕ ਸ਼ਹਿਰ, ਦੂਜੇ ਹੱਥ ਤੇ ਦੂਜਾ ਸ਼ਹਿਰ ਰੱਖ ਕੇ ਕਿ ਆਪਸ ਵਿੱਚ ਐਦਾਂ ਭੇੜ ਕੇ ਤੋੜ ਦਈਏ, ਉਹ ਚੂਰ ਚੂਰ ਕਰ ਦਈਏ। ਤਾਂ ਗੁਰੂਆਂ ਨੇ ਪੁੱਛਿਆ ਸੀ ਤੁਹਾਡੇ ਕੋਲੇ ਸਿੱਖਾਂ ਨੂੰ ਵੀ ਤਾਕਤ ਕਿੱਥੋਂ ਆਈ? ਕਹਿਣ ਲੱਗੇ ਜੀ ਤੁਹਾਡੇ ਕੋਲੋਂ। ਤੇ ਸਤਿਗੁਰੂ ਕਹਿਣ ਲੱਗੇ ਫਿਰ ਅਸੀਂ ਨਹੀਂ ਤੋੜ ਸਕਦੇ, ਤੋੜਨਾ ਹੋਵੇ ਤਾਂ ਅਸੀਂ ਖੁਦ ਵੀ ਤੋੜ ਸਕਦੇ ਹਾਂ। ਗੁਰੂ ਅਰਜਨ ਦੇ ਪਿਤਾ ਜੀ ਤੋਂ ਸ਼ਹਾਦਤ ਦੀ ਇਹ ਪਰੰਪਰਾ ਸ਼ੁਰੂ ਹੁੰਦੀ ਹੈ। ਮੈਂ ਫਿਰ ਬੇਨਤੀ ਕਰਾਂ, ਹਿੰਦੁਸਤਾਨ ਵਿੱਚ ਸ਼ਹਾਦਤ ਹੈ ਹੀ ਨਹੀਂ ਸੀ, ਨਾ ਵਰਡ ਸੀ ਤੇ ਨਾ ਹੀ ਇਦਾਂ ਦੀ ਕੁਰਬਾਨੀ ਸੀ। ਇਹ ਪਹਿਲੀ ਵਾਰੀ ਸੀ। ਔਰ ਸ਼ਹੀਦ ਦਾ ਅਰਥ ਕੀ ਹੈ? ਗਵਾਹ। ਸ਼ਹਾਦਤ ਦਾ ਅਰਥ ਕੀ ਹੈ? ਗਵਾਹੀ। ਇਹ ਦੋਵੇਂ ਅਰਬੀ ਦੇ ਸ਼ਬਦ ਨੇ। ਇਹ ਇੰਡੀਅਨ ਭਾਸ਼ਾ ਵਿੱਚ ਹੈ ਹੀ ਨਹੀਂ, ਨਾ ਸੰਸਕ੍ਰਿਤ ਵਿੱਚ ਨੇ, ਨਾ ਪਾਲੀ ਵਿੱਚ ਨੇ। ਜਿਹੜੀਆਂ ਹਿੰਦੁਸਤਾਨ ਦੀਆਂ ਭਾਸ਼ਾ ਨੇ ਉਹਨਾਂ ਦੇ ਅੱਖਰ ਹੀ ਨਹੀਂ ਹੈਗੇ, ਇਹ ਅੱਖਰ ਹੀ ਬਾਹਰੋਂ ਆਏ ਨੇ। ਇੱਥੇ 2 ਹੀ ਗੱਲਾਂ ਸੀ, ਜਾਂ ਬਲੀ ਦਿੱਤੀ ਜਾਂਦੀ ਸੀ ਜਾਂ ਖੁਦਕਸ਼ੀ ਕਰ ਲਈ ਜਾਂਦੀ ਸੀ। ਗੁਰੂ ਅਰਜਨ ਦੇ ਪਿਤਾ ਜੀ ਨੇ ਸ਼ਹਾਦਤ ਦਿੱਤੀ ਸੀ ਲਾਹੌਰ ਵਿੱਚ, ਤੱਤੀ ਤਵੀ ਤੇ ਬੈਠ ਕੇ, ਤੱਤਾ ਰੇਤਾ ਸੀਸ ਵਿੱਚ ਪਵਾ ਕੇ। ਸ਼ਹਾਦਤ ਕੀ ਸੀ? ਤੇਰਾ ਕੀਆ ਮਿੱਠਾ ਲੱਗੇ। ਐ ਪ੍ਰਮਾਤਮਾ, ਮੈਂ ਤੱਤੀ ਤਵੀ ਤੇ ਬਹਿ ਕੇ ਕਹਿਣਾ, ਮੈਂ ਆਪਣੇ ਸੀਸ ਵਿੱਚ ਤੱਤਾ ਰੇਤਾ ਪਵਾ ਕੇ ਤੁਹਾਨੂੰ ਕਹਿਣਾ
कि मैनू तुहाडा कीता ठीक लगता है, चंगा लगता है, मिठा लगता है। जिन्नी आ 4-5 दिन कथा आपां पिछे रोकी है, उहदा अर्थ ही ये सीगा, उहदा अर्थ ये सी कि जिहड़ी भावी है, होनी है, करनी है, ये टलदी नहीं है। तुसी वेख लो, अज जिन्नी संसार ने तरक्की की है, मैं नहीं कहता कि आखिरी है, पर अपने आप में शिखर है। पर रोज नवीं घटनावां संसार में घटदियां ने, रोज। किसी को नहीं पता लगता, ना मौसम विभाग को पता लगता है, ना विग्यानियों को पता लगता है। ना एडे एडे सियाने प्रोफैसर बैठे ने, ना उन्होंने पता लगता है। बड़े बड़े वड्डे सियासतदान इस धरती ते बैठे ने, किसी को भी नहीं पता अगली घड़ी की हो जाना है, किसी को भी नहीं पता। ये चंगा भला चलदा समूथ संसार तुसी यकीन करना, हालांकि मैं कोई साधु नहीं, संत नहीं, ब्रह्म ज्ञानी नहीं, तो मेरी वर्गी तुहाडी भी अवस्था होएगी और तुसी भी सोचते होवोगे अज तो 2 साल पहला भी दुनिया खड़ेगी कित्थे जाके, इहदियां ब्रेकां भी लगणगियां, ये किते रुकेगी भी, कि इस भजी जाती दुनिया की कोई हैंड ब्रेक भी बनाएगा, बन गई। उन्नी दे विच असीं सुणदे सी भी चाइना दे विच बीमारी आई है, 20 दुनिया च आ गई। बड़ी दुनिया सी जिन्ना क्या सी 2020 खेडांगे, और ये होना सुभावक सी। तुहानू पता है 2007 च की होया सी? 777 पता नहीं किन्नी दुनिया जिन्हां दे घरां विच बच्चों की उम्मीदवारी सी, कोई 2-10 दिन अगे पिछे सी ना, उन्होंने सर्जरियां करा लियां भी नहीं बच्चा सातों नहीं पैदा होना चाहिए। अजीबो गरीब संसार की सोच बनी, तो कुदरत ने फिर अपना रंग विखाया, असी कित्थे आके खड़े हो गए। किसी को नहीं पता। गुरु अर्जन साहब महाराज कहते ने तेरा किया मीठा लगे, और फिर पूछो भी गुरु अर्जन साहब ने कीता की सीगा। गुरु अर्जन साहब ने पहला काम किया कि जिहड़ा सरोवर बनना शुरू किया सी पिता गुरु रामदास ने, वो बनया नहीं सीगा, पिताजी ज्योति जोत समा गए, उन्होंने संपूर्ण किया। किहड़ा सरोवर जिहदे विच अज दुनिया के लोग जदों संगती रूप विच जाके इशनान करते हैं तो फिर कहते हैं भी साडे पाप भी कटते हैं, रोग भी कटते हैं। हुण दसो इस तो वड्डा कोई पुण्य कर्म हो सकता है? फ्री ऑफ कास्ट जिथे लोगों के दुख ते रोग कटते होण, फिर की कीता? फिर हरमंदर साहब बनाया, जिदे दर्शन करके असी सारे ही कहने कि बड़ी शांति मिली जी। जिथे कोई भी व्यक्ति जा सकता है, नहीं तो पहला इस धरती ते ऐसा कोई धर्म स्थान नहीं सी। हिंदुआं दे धर्म स्थानां ते मुसलमान नहीं सी जा सकते, अज भी हैगे ने।
शायद आप जी को पता हो, इत्थों की प्रधानमंत्री इंदिरा गांधी नहीं जा सकी, उन्होंने मोड़ता सी अगलिया ने भी तेरा विआह ठीक नहीं होया। आ जिहड़ा साडा मौजूदा राष्ट्रपति है ये ना बेचारे ना भाना वरत चुका है। अज भी जदों असीं 21वीं सदी विच प्रवेश कर रहे हैं, अज भी मुसलमानों के स्थान ने जिथे कोई हिंदू नहीं जा सकता। एक हरी मंदिर है जिथे कोई भी जा सकता है। वो किन्ने बनाया? गुरु अर्जन साहब ने। वाहिद दुनिया का एक ग्रंथ है जिन्हों गुरु ग्रंथ साहब कहते हैं। इनू कोई भी पढ़ सकता है, कोई भी सुन सकता है, और यदी शिक्षा जिहड़ी है वो पूरे संसार वास्ते है, किसी एक व्यक्ति वास्ते नहीं है। ये किन्ने लिखवाया? यदी संपादना किसने करवाई? गुरु अर्जन साहब ने। कोड़ियां का आश्रम तरन तारण साहब किन्ने बनाया? गुरु अर्जन साहब ने। तरन तारण पवित्र गुरधाम किसने बनाया? गुरु अर्जन साहब ने। करतारपुर किसने वसाया? जलंधर फर्नीचर वाला गुरु अर्जन साहब ने। ते बहना पै गया तती तवी ते। किते गुरु अर्जन साहब साडे वर्गे हुंदे ते 5-7 वकील खड़े कर लेने सी रब दे सामने भी तू साबित कर भी मेरा कसूर की है ना। शब्द गुरबाणी च की है? कहंदे उलाहनो मैं काहू ना दियो। कहंदे मैं उलामा देता ही नहीं। मन मीठ तुहारो कियो, मैं तेरे कीते नू मिठा करके मान लिया कि तेरा किया मीठा लागे हर नाम पदारथ नानक मांगे। कला ये नहीं कहा कि मैनू तेरा कीता चंगा लगता है, तती तवी ते बह के भी कहा भी मैनू तेरा नाम चाहिए। पर अज साडे च कोई भी नहीं जिहड़ा कहे परमात्मा मैनू तेरा नाम चाहिए। कोई कहंदा जी घर वाली चाहिए है, कोई कहंदा जी घर वाला चाहिए, कोई कहंदा जी पुत्र चाहिए, कोई कहंदा जी 2 चाहिए ने, कोई कहंदा जी कोठी चाहिए है, कोई कहंदा जी कार चाहिए है। और जदों वाहिगुरू सारा कुछ दे दिंदा है तो फिर उसे वाहिगुरू नूं आपां कहने भी हुण जी घर का काम करिए कि तैनूं आके मत्था टेकीए। जदों मैं नवा नवा पढ़ के कथा शुरू की ना, तो उत्थे दिल्ली तो ITI दे विच एक इंस्ट्रक्टर हुंदे सन। उन्हां दा नाम गोत्र कोहली सीगा। इत्थे झिलमिल कलोनी रहिंदे, उन्हां दी फैमिली रहिंदी है। उन्होंने कथा करनी, मैं भी कथा सुनदा सी उन्हां दी, मैं तो बहुत बच्चा सीगा। तो कथा सुनाते होंदे सी भी किते किसे रब दे नवाजे बंदे ने किसी नूं कहा कि भाई तू गुरुद्वारे नहीं आउंदा। कहंदा जी वक्त ही कोई नहीं, काम धंधा करिए कि गुरुद्वारे आइए। तो कहंदे ओ बाबा जी कहन लगे फिर अरदास करिए भी महाराज तेनों वेला कर देवे। भी जे इन्ना ही काम धंधा है भी काम धंधे करके ही तू गुरुद्वारे नहीं जा सकता तो अरदास करते हैं महाराज नूं भी इनू वेला करो जी गुरुद्वारे तो जावे। एवें इन्ना काम धंधा दे छड़िया जे। साडी हालत है दात प्यारी विसरिया दतारा। घर ठीक है, कारोबार ठीक ने, बच्चे ठीक ने, सब ठीक है, पुछो दिते किन्ने ने? गुरु अर्जन साहब जी की पहली शहादत सी कि असी 2 गल्लां करिए। सवाल ये नहीं कि असी की करते हैं। कई मेरे वर्गे नहाते नहाते जपजी साहब का पाठ करते हैं,
ਤੇ ਜੇ ਕਿਤੇ ਟਾਇਰ ਫਟ ਜਾਏ ਨਾ ਕਾਰ ਦਾ ਤਾਂ ਉੱਥੇ ਖਲੋ ਕੇ ਸ਼ੁਰੂ ਕਰ ਦੇਣਗੇ, ਪਤਾ ਨਹੀਂ ਰੱਬ ਦਾ ਮੈਂ ਕੀ ਮਾੜਾ ਕੀਤਾ। ਵੀ ਬੰਦਾ ਪੁੱਛੇ ਵੀ ਰੱਬ ਤੇਰਾ ਟਾਇਰ ਪਾੜਨ ਆਇਆ, ਵੀ ਟਾਇਰ ਪਾਟਾ ਜਾਂ ਤੇ ਕੰਪਨੀ ਦਾ ਟਾਇਰ ਖਰਾਬ ਹੋ ਗਿਆ ਹੋਏਗਾ, ਜਾਂ ਰਾਹ 'ਚ ਕੋਈ ਪੱਥਰ ਰੋੜਾ ਆ ਗਿਆ ਹੋਏਗਾ, ਉਹਦੇ 'ਚ ਰੱਬ ਦਾ ਕੀ ਲੈਣਾ ਦੇਣਾ। ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਕਦੇ ਰੱਬ ਨੂੰ ਮਾੜਾ ਨਹੀਂ ਕਹਿਣਾ, ਉਹਦਾ ਭਾਣਾ ਮੰਨਣਾ ਹੈ। ਇਹ ਐਸੀ ਪਰੰਪਰਾ ਸ਼ੁਰੂ ਹੋਈ ਗੁਰੂਆਂ ਤੋਂ ਗੁਰਸਿੱਖਾਂ ਤੱਕ, ਜਿਸ ਭਾਈ ਮਣੀ ਸਿੰਘ ਦਾ ਅੱਜ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਪਤਾ ਉਹਨਾਂ ਦੀ ਉਮਰ ਕਿੰਨੀ ਸੀ? 90 ਸਾਲ। ਇੱਕ ਵਾਰੀ ਨਾ ਇਹ ਅੱਖਾਂ ਦੇ ਸਾਹਮਣੇ ਸੀਨ ਜ਼ਰੂਰ ਲੈ ਕੇ ਆਇਓ, 90 ਸਾਲ ਦੇ ਬਜ਼ੁਰਗ ਸਨ ਉਹ। ਹਾਂ ਭਾਈ 90 ਸਾਲ ਦੇ ਬਜ਼ੁਰਗ ਸੀ ਉਹ। ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬ ਸਨ। ਉਹਨਾਂ ਨੂੰ 1721 ਵਿੱਚ ਦਿੱਲੀ ਤੋਂ ਮਾਤਾ ਸੁੰਦਰ ਕੌਰ ਜੀ ਨੇ ਭੇਜਿਆ ਸੀ। 16 ਸਾਲ ਗ੍ਰੰਥੀ ਰਹੇ ਉਹ ਦਰਬਾਰ ਸਾਹਿਬ। ਉਸ ਤੋਂ ਪਹਿਲਾਂ ਉਹ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਦੇ ਸਮੇਂ ਉਹ ਗੁਰੂ ਘਰ ਦੇ ਦੀਵਾਨ ਵੀ ਰਹੇ। ਸਾਰੀ ਘਰ ਦੀ ਲਿਖਾ ਪੜ੍ਹੀ, ਹਿਸਾਬ ਕਿਤਾਬ, ਵੀ ਉਹ ਕਰਦੇ ਸੀ। ਇਹਨਾਂ ਨੇ ਖੰਡੇ ਬਾਟੇ ਦੀ ਪੌਲ ਛਕੀ 1699 ਵਿੱਚ। 5 ਸਾਲ ਦੀ ਉਮਰ ਸੀ ਇਹਨਾਂ ਦੀ। ਪਿਤਾ ਦਾ ਨਾਂ ਸੀ ਕਾਲਾ ਚੌਧਰੀ। ਇਹ ਪਟਿਆਲੇ ਦੇ ਕੋਲ ਸੁਨਾਮ ਦੇ ਲਾਗੇ ਇਹਨਾਂ ਦਾ ਨਗਰ ਹੈ, ਜਿੱਥੇ ਇਹਨਾਂ ਦਾ ਜਨਮ ਹੋਇਆ। 5 ਸਾਲ ਦੀ ਉਮਰ ਸੀ ਜਦੋਂ ਪਿਤਾ ਜੀ ਇਹਨਾਂ ਨੂੰ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਛੱਡ ਗਏ। ਹੁਣ ਸਾਡੇ ਸਾਹਮਣੇ ਇਤਿਹਾਸ ਹੈ ਕਿ ਉਹ ਗ੍ਰੰਥੀ ਸਾਹਿਬ ਸਨ। ਦਰਬਾਰ ਸਾਹਿਬ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਹੈ। ਤੇ ਹੋਇਆ ਕਿ ਹਕੂਮਤ ਨੇ ਦਰਬਾਰ ਸਾਹਿਬ ਦੇ ਵਿੱਚ ਜੋੜ ਮੇਲੇ ਬੰਦ ਕਰ ਦਿੱਤੇ, ਸਿੱਖਾਂ ਦਾ ਇਕੱਠੇ ਹੋਣਾ ਬੰਦ ਕਰ ਦਿੱਤਾ। ਭਾਈ ਮਣੀ ਸਿੰਘ ਹੋਰਾਂ ਨੇ ਪਹੁੰਚ ਕੀਤੀ ਲਾਹੌਰ ਦੇ ਹਾਕਮਾਂ ਨਾਲ ਕਿ ਭਾਈ ਜਿਹੜੀ ਦੀਵਾਲੀ ਹੈ ਇਹ ਸਾਡਾ ਬਹੁਤ ਵੱਡਾ ਜੋੜ ਮੇਲਾ ਹੈ ਤੇ ਸਾਨੂੰ ਜੋੜ ਮੇਲਾ ਕਰਨ ਦਿਓ। ਉਹ ਕਹਿਣ ਲੱਗੇ ਜੀ ਕਰ ਲਓ, ਪਰ ਤੁਹਾਨੂੰ ਮਾਮਲਾ ਦੇਣਾ ਪਵੇਗਾ। ਕੁਝ ਪੈਸੇ, ਕੁਝ ਰਕਮ ਤੁਹਾਨੂੰ ਲਾਹੌਰ ਭੇਜਣੀ ਹੋਏਗੀ। ਭਾਈ ਸਾਹਿਬ ਕਹਿਣ ਲੱਗੇ ਭੇਜ ਦਿਆਂਗੇ, ਸੰਗਤ ਆਏਗੀ ਦੇ ਦਿਆਂਗੇ। ਭਾਈ ਸਾਹਿਬ ਨਾਲ ਇਹ ਗੱਲਬਾਤ, ਇਹ ਸਮਝੌਤਾ ਕਰਨ ਤੋਂ ਬਾਅਦ ਜਿਹੜੇ ਲਾਹੌਰ ਦੇ ਹਾਕਮ ਸਨ ਉਹਨਾਂ ਦੇ ਮਨ ਵਿੱਚ ਬੇਈਮਾਨੀ ਆ ਗਈ। ਉਹਨਾਂ ਨੇ ਸੋਚਿਆ ਕਿ ਅਸੀਂ ਜੋ ਕੱਲਾ ਕੱਲਾ ਸਿੱਖ ਲੱਭ ਕੇ ਮਾਰਦੇ ਫਿਰਦੇ ਹਾਂ, ਇਹ ਤਾਂ ਹੁਣ ਕੁਦਰਤੀ ਇਕੱਠੇ ਹੋਣਗੇ ਤੇ ਕਿਉਂ ਨਾ ਹੋਵੇ ਉਸ ਵੇਲੇ ਇਹਨਾਂ ਦੀ ਘੇਰਾਬੰਦੀ ਕਰਕੇ ਇਹਨਾਂ ਦਾ ਵੱਧ ਕਰ ਦਿੱਤਾ ਜਾਏ। ਇਹ ਖਬਰ ਭਾਈ ਮਣੀ ਸਿੰਘ ਜੀ ਨੂੰ ਪਤਾ ਲੱਗ ਗਈ। ਭਾਈ ਮਣੀ ਸਿੰਘ ਨੇ ਸੁਨੇਹੇ ਭੇਜ ਦਿੱਤੇ ਕਿ ਜਿਹੜੇ ਹਾਕਮ ਨੇ
ਉਹ ਬੇਈਮਾਨ ਨੇ, ਉਹਨਾਂ ਦੇ ਮਨ ਵਿੱਚ ਪਾਪ ਹੈ। ਇਸ ਕਰਕੇ ਕੋਈ ਵੀ ਸਿੱਖ ਦਰਬਾਰ ਸਾਹਿਬ ਇਸ ਦੀਵਾਲੀ ਦੇ ਪੁਰਬ ਤੇ ਨਾ ਆਵੇ। ਹੁਣ ਜਦੋਂ ਜੋੜ ਮੇਲਾ ਹੀ ਨਹੀਂ ਹੋਇਆ ਤੇ ਚੜ੍ਹਤ ਆਈ ਨਹੀਂ, ਹੁਣ ਹਾਕਮਾਂ ਨੂੰ ਗੁੱਸਾ ਤੇ ਇਹ ਸੀਗਾ ਕਿ ਜਿਹੜਾ ਅਸੀਂ ਪਾਪ ਚਿਤਵਿਆ ਸੀ ਭਾਈ ਮਣੀ ਸਿੰਘ ਨੇ ਉਹ ਸਾਰਾ ਹੀ ਰੋੜ ਦਿੱਤਾ। ਉਹਨਾਂ ਦੇ ਲਈ ਪੈਸੇ ਤੋਂ ਵੱਧ ਜ਼ਰੂਰੀ ਸੀਗਾ ਸਿੱਖਾਂ ਨੂੰ ਮਾਰਨਾ। ਉਹਨਾਂ ਨੇ ਹੁਣ ਬਹਾਨਾ ਬਣਾ ਲਿਆ, ਕਹਿਣ ਲੱਗੇ ਜੀ ਪੈਸੇ ਦਿਓ। ਭਾਈ ਸਾਹਿਬ ਕਹਿੰਦੇ ਕਾਹਦੇ ਪੈਸੇ, ਕਾਹਦੇ ਪੈਸੇ? ਕਹਿਣ ਲੱਗੇ ਜੀ ਜਿਹੜੇ ਤੁਸੀਂ ਸਾਡੇ ਨਾਲ ਇਹ ਪੈਸੇ ਟੁੱਕ ਲਏ ਸੀਗੇ, ਤੁਸੀਂ ਮੰਨ ਲਿਆ ਸੀ ਵੀ ਅਸੀਂ ਇੰਨੇ ਪੈਸੇ ਸਰਕਾਰੀ ਖਜ਼ਾਨੇ ਵਿੱਚ ਦੇਵਾਂਗੇ। ਭਾਈ ਸਾਹਿਬ ਨੇ ਕਿਹਾ ਵੀ ਤੁਹਾਡੀ ਨੀਅਤ ਠੀਕ ਨਹੀਂ ਸੀ, ਤੁਹਾਡੀ ਬੇਈਮਾਨੀ ਨੂੰ ਜਾਣਦਿਆਂ ਹੋਇਆਂ ਅਸੀਂ ਜੋੜ ਮੇਲਾ ਹੀ ਨਹੀਂ ਕੀਤਾ। ਤਾਂ ਇਤਿਹਾਸ ਕਹਿੰਦਾ ਕਿ ਇਸ ਦੇ ਬਦਲੇ ਵਿੱਚ ਭਾਈ ਮਣੀ ਸਿੰਘ ਨੂੰ ਸ਼ਹੀਦ ਕਰਨ ਦਾ ਫਤਵਾ ਦੇ ਦਿੱਤਾ ਗਿਆ। ਤੇ ਫਤਵਾ ਇਹ ਸੀਗਾ ਕਿ ਇਹਨਾਂ ਦਾ ਬੰਦ ਕੱਟ ਦਿੱਤਾ ਜਾਏ। ਇੱਕ ਗੱਲ ਜ਼ਰੂਰ ਚੇਤੇ ਰੱਖਣਾ, ਮੁਗਲਿਆ ਜਿਹੜੀ ਹਕੂਮਤ ਹੈ, ਜਾਂ ਇਉਂ ਕਹਿ ਲਓ ਕੋਈ ਹਕੂਮਤ ਹੋਵੇ ਭਾਵੇਂ ਅੱਜ ਦੀ ਹੈ, ਅੱਜ ਵੀ ਤੁਸੀਂ ਵੇਖ ਲਓ ਜਿਹੜੇ ਬੰਦੇ ਸਰਕਾਰ ਦੇ ਵਿਰੋਧ ਵਿੱਚ ਹੁੰਦੇ ਨੇ ਉਹ ਗਲਤ ਹੁੰਦੇ ਨੇ, ਮਾੜੇ ਹੁੰਦੇ ਨੇ, ਉਹਨਾਂ ਤੇ ਪਰਚੇ ਹੋ ਜਾਂਦੇ ਨੇ, ਉਹਨਾਂ ਦੀਆਂ ਇਨਕੁਆਇਰੀਆਂ ਖੁੱਲ੍ਹ ਜਾਂਦੀਆਂ ਨੇ, ਸਾਰੀਆਂ ਏਜੰਸੀਆਂ ਉਹਨਾਂ ਦੇ ਮਗਰ ਲੱਗ ਜਾਂਦੀਆਂ ਨੇ। ਪਰ ਜਦੋਂ ਉਹ ਬੰਦੇ ਸਰਕਾਰੀ ਪਾਰਟੀ ਨੂੰ ਜੁਆਇਨ ਕਰ ਜਾਂਦੇ ਨੇ ਤਾਂ ਉਹ ਰਾਤੋਂ ਰਾਤ ਹੀ ਗੰਗਾ ਇਸ਼ਨਾਨ ਹੋ ਜਾਂਦਾ ਉਹਨਾਂ ਦਾ, ਸਭ ਕੇਸ ਵਾਪਸ ਹੋ ਜਾਂਦੇ ਨੇ, ਸਾਰੀਆਂ ਭੁੱਲਾਂ ਜਿਹੜੀਆਂ ਨੇ ਉਹ ਮਾਫ ਹੋ ਜਾਂਦੀਆਂ ਨੇ, ਸਾਰੇ ਪਾਪ ਬਖਸ਼ੇ ਜਾਂਦੇ ਨੇ। ਇਹਦੇ ਲਈ ਬਹੁਤਾ ਕੁਝ ਇੱਥੇ ਬੈਠ ਕੇ ਬੋਲਣ ਕੇ ਦੱਸਣ ਦੀ ਲੋੜ ਨਹੀਂ ਹੈ। ਮੁਗਲਾਂ ਦਾ ਵੀ ਇੱਕੋ ਹੀ ਸੀਗਾ। ਅਗਰ 90 ਸਾਲ ਦੀ ਉਮਰ ਵਿੱਚ ਭਾਈ ਮਣੀ ਸਿੰਘ ਮੁਸਲਮਾਨ ਬਣ ਜਾਂਦੇ ਤੇ ਉਹਨਾਂ ਨੇ ਬੰਦ ਕੱਟ ਕੇ ਇੱਕ ਬਜ਼ੁਰਗ ਦਾ ਉਹਨਾਂ ਕੀ ਲੈਣਾ ਸੀ। ਪਰ ਚੇਤਾ ਰੱਖਣਾ, ਤੁਹਾਡੇ ਪੁਰਖਿਆਂ ਨੇ ਆਪਣਾ ਧਰਮ ਨਹੀਂ ਸੀ ਛੱਡਿਆ, ਬੰਦ ਕਟਵਾਉਣਾ ਪ੍ਰਵਾਨ ਕੀਤਾ, ਚਰਖੜੀਆਂ ਤੇ ਚੜ੍ਹਨਾ ਪ੍ਰਵਾਨ ਕੀਤਾ, ਆਰਿਆਂ ਨਾਲ ਆਪਣੇ ਆਪ ਨੂੰ 2 ਫਾੜ ਕਰਾਉਣਾ ਪ੍ਰਵਾਨ ਕੀਤਾ, ਰੂਮ ਵਿੱਚ ਬੰਨ੍ਹ ਕੇ ਆਪਣੇ ਆਪ ਨੂੰ ਸੜਵਾਉਣਾ ਪ੍ਰਵਾਨ ਕੀਤਾ, ਦੇਗ ਵਿੱਚ ਉਬਲ ਕੇ ਜਿਵੇਂ ਪਾਣੀ ਚਾਲੂ ਉਬਲਦੇ ਨੇ ਆਪਣੀ ਸ਼ਹਾਦਤ ਦੇਣੀ ਪ੍ਰਵਾਨ ਕੀਤੀ ਹੈ। ਪਰ ਇਸਲਾਮ ਪ੍ਰਵਾਨ ਨਹੀਂ ਕੀਤਾ। ਉਹਨਾਂ ਬਜ਼ੁਰਗਾਂ ਨੇ, ਉਹਨਾਂ ਪੁਰਖਿਆਂ ਨੇ, ਉਹਨਾਂ ਸਾਡੇ ਵਡਕਿਆਂ ਨੇ, ਉਹਨਾਂ ਮਹਾਨ ਗੁਰਸਿੱਖਾਂ ਨੇ ਸਿੱਖੀ ਨੂੰ ਇਸ ਕਦਰ ਸੰਭਾਲਿਆ ਸੀ। ਅੱਜ ਤੇ ਦੌੜ ਹੀ ਦੂਜੇ ਪਾਸੇ ਤੁਰੀ ਹੋਈ ਹੈ। ਇਹ ਠੀਕ ਹੈ, ਅੱਜ ਪੈਸੇ ਦਾ ਯੁੱਗ ਹੈ, ਮਟੀਰੀਅਲ ਦਾ ਯੁੱਗ ਹੈ, ਅੱਜ ਪਦਾਰਥਵਾਦੀ ਸਮਾਂ ਹੈ, ਔਰ ਹਰ ਗੁਰਸਿੱਖ ਦੀ ਇਹੀ ਚੀਜ਼ ਵੱਡੀ ਮੰਨ ਲਈ ਜਾਂਦੀ ਵੀ ਇਹਦੇ ਕੋਲ ਜੀ ਪੈਸਾ ਬੜਾ ਹੈ ਜੀ, ਇਹਦੇ ਕੋਲ ਪਦਵੀ ਵੱਡੀ ਹੈ ਜੀ। ਪੁੱਛੋ ਵੀ ਬਾਕੀ ਕੀ ਹੈ? ਬਾਕੀ ਕੁਝ ਵੀ ਨਹੀਂ ਹੈ।
मैं कल भी बेनती की सी, सिख होने लई अमृत वेले उठना जरूरी है। ये जरूरी नहीं है कोई इन्ने करोड़ के घर में होना चाहिए, ये जरूरी नहीं है। अमृत वेले उठना जरूरी है, इशनान करना जरूरी है, पाठ करना जरूरी है, गुरुद्वारे जाना जरूरी है, संगत करनी जरूरी है, अपनी किरत करनी जरूरी है, दसवंध कढ़ना जरूरी है, सेवा करनी जरूरी है, वंड छकना जरूरी है। बाकी काम करो या ना करो। जिहड़े सिक्खी दे 5 कक्के ने ना, उन्हां विच पहला केस है जिहदा अज सब तो वध मजाक उड़ाया जा रहा है। कोई गुत्त करी फिरदा है, कोई जूड़ा करी फिरदा है, कोई केसां दे पैरां दीयां जराबां पा के तुरिया फिरदा है। किन्ने हक दे दिता है तुहानूं? तुसीं सिक्खी दा सत्कार करो, ये तो हक है तुहानूं, पर गुरु दे बख्शे केस ये गुरु की मोहर ने। तुसीं इन्हां दा अपमान करो, ये हक तुहानूं ना किसी दिता है ते ना ही मैं बेनती करा देना चाहिए। बहुत सख्ती करनी चाहिए इस पासे, माँ बाप नूं भी करनी चाहिए है। आपां सिक्खी दा जुलूस नहीं कढ़ सकते। दुनिया सिक्खी ते फकर करती है, मान करती है। कनेडा का राष्ट्रपति कहे, प्रधानमंत्री कहे कि कोई सिख की पग उतारेगा तो उन्होंने 10 साल मैं जेल च सुटांगा। तो असीं कहिए महाराज असीं तो जराबां पाउण लग गए हैं, तुसीं किहड़े चक्कर च तुरे फिरदे हो? तो फिर किनू कहिए चंगा कौन है? असीं चंगे है कि वो उत्थों का प्रधानमंत्री चंगा है जिहड़ा सिक्खी की रिस्पैक्ट करता है, जिहड़ा सिक्खी का सन्मान करता है, जिन्होंने सिक्खी दियां कदरां दा पता है, जिन्होंने सिक्खी की वैल्यू पता है, इहदियां मर्यादा पता ने। जिस बंदे नूं किनू चंगा कहिए? भाई मनी सिंह साहब ने अपना बंद बंद कटवा लिया। इतिहास ने भी लिखिया है कि जिहड़ा जलाद सीगा उहदे मन विच तरस आया, उहदे मन विच रहम आया। कि बजुर्ग आदमी है तो क्यों इन्ना कष्ट देना है? उन्हें सोचा भी मैं जिथे ज्वाइंट ने ना उतों उतों कट देना। जिमें हाथ है, जिन्होंने असीं गुट कहने थे, ज्वाइंट है साडा। बांह दे विचकार जिन्हों अर्क कहने, इत्थे भी ज्वाइंट है, इत्थे मोढा, इत्थे भी ज्वाइंट है। उन्हें सोचा भी मैं इदा कट देना, पर इतिहास कहता भाई मनी सिंह साहब ने कहा सी नहीं, जो तैनों तेरे मालकां दा हुक्म है तू वो कर, जो मैनू मेरे मालक दा हुक्म है मैं वो करांगा। और ये भी चेता रखना, हर सिख जपजी साहब का पाठ करता सी। कदे सीसगंज साहब गए हो? तुसी कहोगे जी ज्ञानी जी ये किहड़ी गल करती तुसी, कि कदे उत्थे खूह दे दर्शन कीते ने? ये हो सकता सारिਆਂ ने ना कीते होण। उत्थे एक इतिहासक वृक्ष का एक मुढ़ पिया है, हो गई गलती, बड़ी वड्डी मिसटेक हुई भी उन्होंने कट दिता गया, बिल्डिंग बनाउण लगे। अज वो सिर्फ एक शो केस दे विच है। कि आप जी नूं पता है कि जे भाई मती दास ने शहादत दिती तो जपजी का पाठ किया। आप हुण तां कहने
कि शरीर दियां दो फांगड़ा हो गईयां, शरीर दे दो हिस्से हो गए, पर आवाज़ अजे भी आ रही सी कि जिन्नी नाम ते आया गए मशक्कत काल। गुरु तेग बहादुर साहब शहादत देन लगे तो उन्होंने एको गल कही सी कि भाई मैं जपजी का पाठ करांगा, जदों पाठ पूरा हो जाए मैं अपने मालक अगे सिर नवावांगा, उहदा हुक्म मनांगा, तुसीं अपने मालक का हुक्म मान लेना। ते अज आपां कित्थे पहुँच गए। जिहड़ा गुरुद्वारे आउंदा ज्ञानी जी किहड़ा पाठ करिए, पुछो पहला किहड़ा कीता है, आ मूवमेंट तुहानूं पता मिलणगे। और फिर भाई साहब जी हुक्म करो कोई, भी पुछो पहला किहड़ा मन्निया तुसीं, मनना ये भी कोई नहीं। मेरी सारे गुरसिखां नूं दो हाथ जोड़ के बेनती है कि जे कर सकते हो तो जपजी पढ़ लिया करो। असी ना उदों अगे कई पढ़ाइयां कर लईयां, कई डिग्रियां, कई PhDयां कर लईयां, वापस आ जाओ। हर सिख नूं सवेरे उठ के जपजी का पाठ करना चाहिए। जे गुरु ग्रंथ साहब के दर्शन करोगे, पहली बाणी जपजी साहब है। अमृत छकन जाओगे, 5 बाणियां पढ़ियां जाणगियां, पहली बाणी जपजी साहब है। सिख का नितनेम पूछोगे, पहली बाणी जपजी साहब है। तुहाडे गुरुआं ने शहादतां दे दित्तियां जपजी साहब का पाठ करके। तो आपां पुछी जाने जी किहड़ा पाठ करना चाहिए जी, कि दसो भी इस तो वध प्रमाण तुहानूं की चाहिए, इस तो वध गारंटी की चाहिए है, इस तो वध प्रूफ की चाहिए, इस तो वध किहड़े एविडेंस तुहानूं चाहिए ने बई कि जपजी पढ़िए कि ना पढ़िए। सानू गल समझ नहीं आ रही। जिहड़ी 4-5 दिन कथा होई इसे गल दी है। सेठ नूं गुरु नानक साहब ने यही बचन आखे सी कि सेठ जी ये कर्म रोग ने, ये तो भोगने पैने ने, तू की है, तू तो कुछ भी नहीं है। सहांसर दान दे इंद्र रवाया, पूरा श्लोक जिहड़ा है रामकली की वार दा आपां कई बारी सुन चुके हैं। उहदे विच रावण का जिक्र भी आया, श्री रामचंद्र जी का जिक्र भी आया, जनमेजे की कथा भी आपां सुन लई, पांडवां की कथा भी सुनी, वो भी रोए। अजे उहदे विच होर भी जिक्र है। किड्डे किड्डे वर्जे वड्डे गोपीनाथ वर्गे, भरथरी वर्गे बड़े बड़े राजे होए, छड़ दिते राज भाग, कन पड़वा लै फिर रोए। दुख ते सुख ये जीवन का एक हिस्सा है। साड़ी गलती है, मैं आरंभ ही इत्थों कीता सी कि खुदकशी आई उतों है जदों असी जिंदगी नूं ऐश्वर्य मन्निया। जिंदगी ऐश्वर्य नहीं है, जीवन अपने आप में एक समस्या है। और इस जीवन दे विचों तुसी सफल होके निकलना है। ये बचपन भी आएगा, जवानी भी आएगी, बुढ़ेपा भी आएगा, ये बड़े सारे उतरा चढ़ा होणगे। पर तुसी जदों धर्म की गल आवे तो कोई कहना है, परमात्मा जो तू करदा है वो ठीक है। जिन्ना गुरसिखां ने शहादतां दित्तियां, गुरु साहबाना ने शहादतां दित्तियां, तुहानूं पता है तुहाडे
ਗੁਰੂਆਂ ਦੇ ਪੁੱਤਰਾਂ ਨੇ, ਸਾਹਿਬਜ਼ਾਦਿਆਂ ਨੇ ਵਜ਼ੀਰ ਖਾਂ ਨੂੰ ਕੀ ਕਿਹਾ ਸੀ? ਉਹਨੇ ਕਿਹਾ, ਵਜ਼ੀਰ ਖਾਂ ਅੱਜ ਅਸੀਂ ਇਸਲਾਮ ਕਬੂਲ ਕਰ ਲੈਨੇ ਆ, ਪਰ ਇਹ ਦੱਸ ਫਿਰ ਮੁੜ ਕੇ ਮੌਤ ਤਾਂ ਨਹੀਂ ਆਏਗੀ? ਕਹਿਣ ਲੱਗਾ, ਨਹੀਂ ਮੌਤ ਤਾਂ ਆਏਗੀ। ਕਹਿਣ ਲੱਗੇ, ਫਿਰ ਹੁਣੇ ਆ ਲੈਣ ਦਿਓ, ਮੌਤ ਤਾਂ ਫਿਰ ਆਏਗੀ। ਇਸਲਾਮ ਕਬੂਲ ਕਰਕੇ ਵੀ ਮੌਤ ਆਏਗੀ ਤੇ ਫਿਰ ਆਪਣਾ ਧਰਮ ਛੱਡ ਕੇ ਮਰਨ ਦਾ ਕੀ ਅਰਥ ਹੈ ਜੀ? ਜਦੋਂ ਵੀ ਇਹਨਾਂ ਸ਼ਹੀਦਾਂ ਦੇ ਦਿਨ ਮਨਾਈਏ, जिनके दिन मनाते हो तिनका इरशाद भी समझो, जिनके दिन मनाते हो तिनकी बात भी समझो। तुहाडे पुरखिया ने धर्म नहीं सी छड्डिया, शरीर छड्डे ने, ते अज असी धर्म छड्डण लई तैयार हाँ, तो शरीर तो फिर छड्डना पैना है भाई। किहड़े भुलेखे च तुरे फिरदे आप? सच्चे पातशाह ने गुरसिखां ते बड़ी किरपा की। अज वेखो तुसी उन्हां दा नाम इतिहास विच है। मैं तो बहुत बारी इत्थे बैठ के कहा है कि किसी का नाम लिमका बुक विच आ गया, किसी का नाम गिनीज बुक विच आ गया, भी पुछो पढ़ेगा कौन? मेरे वर्गे दी अखबार च फोटो आ जाए ना, खबर आ जाए तो आप ही रिश्तेदारों को दसना पैंदा, तुसी ऐतवार की अखबार वेखी है, मेरी फोटो आई सी? वो कहते असी तो नहीं वेखी। पर गुरसिख आदमी का नाम उस अरदास दे विच आउंदा है जिहड़ी अरदास सवेरे दोपहरे शामी संगत ने रोज पढ़नी है, रोज पढ़नी है। जे तुसी सिक्खी केसा सुआसा नाल निभा लई, तुहाडा नाम शामिल हो गया। जे तुसी गुरुद्वारियां दी सेवा लई कुर्बानी कर लई, तुहाडा नाम आ गया। हुण तुसी कहो जी कल्ले कल्ले दा नहीं आया, कल्ले कल्ले दा ते किते भी नहीं आउंदा। अमूमन जदों कोई बंदा मरदा है ना, उहदे भोग ते बंदे गिने जाते ने। इत्थे जी भारत सरकार दे बड़े मंत्री आए ने जी, MLA साहब आए जी, गुरुद्वारा कमेटी दे मैंबर साहब आए ने जी, बड़ियां सिंह सभावां दे प्रधान आए ने जी, बड़ियां कारपोरेशनां दे चेयरमैन आए ने जी, ना तो कोई नहीं लैंदा। गुरसिखो तुहाडा नाम अरदास विच रोज लिया जाता है। जेड़ा जेड़ा उस पद्धति नूं पहुँच गया, हर गुरसिख ने सवेरे उठ के इशनान करके पाठ करके और जदों अरदास करनी उन्हें उदों ही कहना है कि तिन्हां दी कमाई का ध्यान धर के खालसा जी बोलो जी वाहिगुरू। होर तुहानूं की चाहिदा है? होर की चाहिदा है? इस तो वध कोई कि आप कहिए भी मैनू को प्राप्ति चाहिए है जी, तो जे आप ये सोचिए भी मैं मर जावां जी, मेरे बच्चे पखे ते ना लिखा देणगे, तो मैं तो बंगला साहब दे विच रह के वेख लिया, आ पखे जिहड़े लगे सी ना, आ 7वें साल सारे बदलने पै सानू। सब दियां चीकां निकल गईयां, ची ची हो करदे ने बेचारे। कोई चीज़ है उहदी एक बुनियाद है, टाइम नाल उन्हें खत्म हो जाना। तुहाडे कोल रोज़ फोटो आउंदियां होणगियां महाराजे रणजीत सिंह दे घर दियां, किले दियां, लाहौर दियां। आ लाल किला जाके वेख लो की हाल है, शाहजहान ने बनाया सी। हालांकि उन्हें इंडिया गौरमेंट चला रही है, ना चलदा हुंदा ते पुराने किले वाला हाल होना सी, जिहड़ा चिड़िया घर के सामने है, कख भी है नहीं उत्थे। पर जिहदा नाम अरदास विच आ गया, उहदा नाम किते नहीं जांदा। सदियां बीत जाणगियां, युग बीत जाणगे, जदों तक सिख धरती ते रहणगे
ਉਦੋਂ ਤੱਕ ਉਹ ਤੁਹਾਡੀ ਕਮਾਈ ਦਾ ਧਿਆਨ ਧਰ ਕੇ ਬੋਲਿਆ ਕਰਨਗੇ ਕਿ ਬੋਲੋ ਜੀ ਵਾਹਿਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰਨ। ਭਾਈ ਮਣੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ, ਅਸੀਂ ਇੱਕ ਗੱਲ ਨੂੰ ਦ੍ਰਿੜ ਕਰ ਸਕੀਏ ਕਿ ਸਾਡਾ ਸਰੀਰ ਚਲਾ ਜਾਏ, ਸਾਡਾ ਧਰਮ ਨਹੀਂ ਜਾਣਾ ਚਾਹੀਦਾ, ਔਰ ਹਮੇਸ਼ਾ ਉਸ ਮਾਲਕ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ, ਔਰ ਉਹਦੇ ਕੀਤੇ ਨੂੰ ਮਿੱਠਾ ਕਰਕੇ ਮੰਨ ਸਕੀਏ। ਆ ਜਿੰਨੀ ਸਾਧਨਾ ਹੈ, ਜਿੰਨੀ ਐਕਸਰਸਾਈਜ਼ ਹੈ, ਇਸੇ ਵਾਸਤੇ ਹੈ, ਕਿਉਂਕਿ ਭਾਣਾ ਮੰਨਣਾ ਹੈ ਬਹੁਤ ਔਖਾ, ਸਭ ਤੋਂ ਔਖਾ ਕੰਮ ਹੈ ਕਿ ਉਹਦੇ ਕੀਤੇ ਨੂੰ ਅਸੀਂ ਮਿੱਠਾ ਕਰਕੇ ਮੰਨ ਸਕੀਏ। ਇਤਨੇ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ